मैं बड़ी तंगा मैं की तोलू दसा मैं अद्धी मूरी हो गई मेरे सिर ते कोडी अल्लाह तो सुहा ना कोई मेरी सोला दाला पुत्रा रो क्यों रहा मैं रोवा क्यों जावा दिन तो मैं कहनी मैं मर जावा ओ चंगा है। इस टाइम मेरे साथ एक माजिद मौजूद है जिसकी सौतन ने उसको धक्के मारकर घर से बाहर निकाल दिया और कहा कि मांग कर लाओ और हमें खिलाओ तब हम घर में आने देंगे वरना तुम इस घर में नहीं आ सकती। मेरे 5 बच्चियां पुत्र को ते शोहर किथे ਤੁਹਾਡਾ ਉਹਨਾਂ ਤੇ ਕੱਢਿਆ ਹੈ क्यों ਕੱਢਦਾ ਆਂਦਾ ਮੰਗ ਤੁਹਾਡੇ ਸ਼ੋਹਰ ਨੇ ਦੂਸਰੀ ਸ਼ਾਦੀ ਕੀਤੀ ਹੋਈ ਚੋਰ ਕਿੰਨੀ ਦੇਰ ਮੰਗ ਕੇ ਖਿਲਾਉਂਦੇ ਰਹੇ ਉਹਨਾਂ 8-9 ਸਾਲ ਹੋ ਚੱਲੇ ਦਾਤਾ ਵੀ ਆਣ ਕੇ ਮੰਗਦੀ ਰਹੀ ਮੰਗ ਕੇ ਲਿਆ ਕੇ ਤੇ ਉਹਨਾਂ ਨੂੰ ਤੁਸੀਂ ਖਿਲਾਉਂਦੇ ਰਹੇ ਜੀ। ਆ ਸ਼ੋਹਰ ਕਰਦਾ ਕੀ ਹੈ ਕੁਛ ਵੀ ਨਹੀਂ ਵੇਲਾ ਨਸ਼ਾ ਕਰਦਾ ਹੈ। ਕਿੱਥੋਂ ਦੇ ਰਹਿਣ ਵਾਲੇ ਹੋ ਮੈਂ ਦਾਤਾ ਰਹਿਨੀ ਆ ਨਹੀਂ ਘਰ ਤੁਹਾਡਾ ਕਿੱਥੇ ਹੈ ਲਾਹੌਰ ਲਾਹੌਰ ਕਿਹੜੀ ਜਗ੍ਹਾ ਤੇ ਸ਼ੇਰਪਾ ਪੁੱਲ ਨਹੀਂ ਹਾਂਜੀ ਉੱਥੇ ਅੱਛਾ ਕਿੰਨੇ ਬੱਚੇ ਨੇ ਮੇਰੇ 5 ਬੱਚੀਆਂ 5 ਬੇਟੀਆਂ ਨੇ ਪੁੱਤਰ ਕੋਲ ਅੱਛਾ ਤੇ ਸ਼ੋਹਰ ਕਿੱਥੇ ਹੈ ਤੁਹਾਡਾ ਉਹਨਾਂ ਤੇ ਕੱਢਿਆ ਹੈ ਸ਼ੋਹਰ ਨੇ ਕੱਢਦਾ ਕਰੋ ਕਿਉਂ ਕੱਢਦਾ ਆਂਦਾ ਮੰਗ ਕਿਉਂ ਮੰਗ ਕੇ ਲਿਆ ਮੇਰੇ ਕੋਲ ਨਹੀਂ ਮੰਗਾ ਜਾਣਾ ਦੇਸ਼ ਦਾ ਘਾਟ ਹੈ ਨਹੀਂ ਤੁਹਾਨੂੰ ਕਿਉਂ ਕਹਿੰਦਾ ਸ਼ੋਹਰ ਕਿ ਤੁਹਾਡਾ ਕਿ ਮੰਗ ਕੇ ਲਿਆ ਪੈਸੇ ਲਿਆ ਕਿਉਂ ਖੁਦ ਨਹੀਂ ਕਮਾਉਂਦਾ ਖੁਦ ਨਹੀਂ ਕੋਈ ਕੰਮ ਕਰਦਾ ਨਹੀਂ ਤੁਹਾਡੇ ਸ਼ੋਹਰ ਨੇ ਸ਼ਾਦੀ ਕੀਤੀ ਦੂਸਰੀ ਮੈਂ ਦੱਸਿਆ ਤੇ ਹੈਗਾ ਏ ਮੇਰੀ ਸੌਂਕਣ ਉੱਥੇ ਆ ਤੁਹਾਡੇ ਸ਼ੋਹਰ ਨੇ ਦੂਸਰੀ ਸ਼ਾਦੀ ਕੀਤੀ ਹੋਈ ਹੈ ਚੋਰ ਅੱਛਾ ਉਹ ਤੁਹਾਡੇ ਸ਼ੋਹਰ ਦੇ ਕੋਲ ਰਹਿ ਰਹੀ ਤੁਹਾਡੀ ਸੌਕਣ ਜਿਹੜੀ ਹੈ ਨਹੀਂ ਉਹ ਵੱਖਰੀ ਏ ਅੱਛਾ ਤੇ ਮੰਗਣ ਵਾਸਤੇ ਕਿਉਂ ਕਹਿੰਦਾ ਹੈ? ਤੇ ਮੰਗ ਕੇ ਲਿਆ ਤੇ ਸਾਨੂੰ ਵੀ ਖਿਲਾ ਤੇ ਸੌਕਣ ਨੂੰ ਵੀ ਖਿਲਾ ਆ ਕਿੰਨੀ ਦਿਨ ਮੰਗ ਕੇ ਖਿਲਾਉਂਦੇ ਰਹੀ ਉਹਨਾਂ ਨੂੰ ਕੋਈ 8-9 ਸਾਲ ਹੋ ਚੱਲੇ 8-9 ਸਾਲ 8-9 ਸਾਲ ਤੁਸੀਂ ਮੰਗ ਕੇ ਤੇ ਉਹਨਾਂ ਨੂੰ ਖਿਲਾਉਂਦੇ ਰਹੇ ਜੇ ਦਾਤਾ ਵੀ ਆਣ ਕੇ ਮੰਗਦੀ ਰਹੀ ਆ ਅੱਛਾ ਤਾਂ ਦਰਬਾਰ ਵੀ ਜਾ ਕੇ ਮੰਗਦੇ ਰਹੇ ਜੇ ਜਿੱਥੇ ਮਤਲਬ ਗਏ ਮੰਗ ਕੇ ਲਿਆ ਕੇ ਤੇ ਉਹਨਾਂ ਨੂੰ ਤੁਸੀਂ ਖਿਲਾਉਂਦੇ ਰਹੇ ਜੇ ਆ ਕਿਉਂ ਉਹ ਆਖਿਰ ਤੁਹਾਡੇ ਨਾਲ ਇਸ ਤਰ੍ਹਾਂ ਕਿਉਂ ਕਰ ਰਿਹਾ ਉਹ ਇਹਦੀ ਵਜ੍ਹਾ ਕੀ ਤੁਹਾਡੀ ਬੇਟੀਆਂ ਨਹੀਂ ਹੈਗੀਆਂ ਬੇਟਾ ਨਾ ਹੁੰਦੀ ਵੇ ਤੂੰ ਨਹੀਂ ਇਸ ਤਰ੍ਹਾਂ ਕਰ ਰਿਹਾ ਨਹੀਂ ਬੇਟੀਆਂ ਮੈਂ ਵਿਆਹ ਦਿੱਤਿਆ ਸੀ ਪੁੱਤਰ ਹੁੰਦਾ ਤੇ ਫਿਰ ਮੈਂ ਮੰਗਦੀ ਕਿਉਂ ਨਹੀਂ ਤੁਹਾਡਾ ਸ਼ੋਹਰ ਬੇਟੇ ਦੇ ਵੇ ਤੂੰ ਨਹੀਂ ਇਸ ਤਰ੍ਹਾਂ ਕਰਦਾ ਕਿ ਬੇਟਾ ਨਹੀਂ ਹੈ ਤੂੰ ਮੰਗ ਕੇ ਲਿਆ ਆ ਸ਼ੋਹਰ ਕਰਦਾ ਕੀ ਹੈ ਕੁਛ ਵੀ ਨਹੀਂ ਵੇਲਾ ਕੰਮ ਵਗੈਰਾ ਨਹੀਂ ਕਰਦਾ ਨਸ਼ਾ ਕਰਦਾ ਹੈ ਨਸ਼ਾ ਵਾਲਾ ਹੀ ਇਸ ਤਰ੍ਹਾਂ ਕਹਿ ਸਕਦਾ ਹੈ ਕਿ ਜਾ ਕੇ ਮੰਗ ਕੇ ਮੈਨੂੰ ਲਿਆ ਕੇ ਦੇ ਤੂੰ ਨਸ਼ਾ ਕਰਦਾ ਤੂੰ ਦੂਸਰੀ ਸ਼ਾਦੀ ਕਰ ਲਈ ਆ ਦੱਸੋ ਮੈਨੂੰ 8 ਸਾਲ ਤੋਂ ਮੰਗ ਰਹੇ ਜੀ ਆ ਮੈਂ ਉਹਨੂੰ ਦਾਤਾ ਆਣ ਕੇ ਮੰਨ ਲਿਆ ਅੱਛਾ ਤੰਗ ਆ ਕੇ ਦਾਦਾ ਸਾਹਿਬ ਚਲੇ ਗਏ ਜੇ ਉੱਥੇ ਰਹਿੰਦੇ ਜੀ ਉੱਥੇ ਸੌਂਦੇ ਉੱਥੇ ਖਾਂਦੇ ਪੀਂਦੇ ਜੀ ਦਾਤਾ ਦਿੰਦਾ ਪਿਆ ਮੈਂ ਖਾਂਦੀ ਪਈ ਤੇ ਮੰਗਣਾ ਮੁਸ਼ਕਿਲ ਕੰਮ ਨਹੀਂ ਲੋਕ ਦੇ ਦਿੰਦੇ ਨੇ ਕੀ ਕਰਾਂ ਭੈਣ ਮੈਂ ਬੜੀ ਤੰਗਾ ਮੈਂ ਕੀ ਤੋਲੂ ਦਸਾ ਮੈਂ ਅੱਧੀ ਮੂਰੀ ਹੋ ਗਈ ਮੇਰੇ ਸਿਰ ਤੇ ਕੋਡੀ ਅੱਲਾ ਤੋਂ ਸੁਹਾ ਮੈਂ ਕਿਨੂੰ ਆਪਣੇ ਗੱਲਾਂ ਸੁਣਾਵਾ ਨਾ ਕੋਈ ਮੇਰੀ ਸੁਲਾ ਨਾਲਾ ਪੁੱਤਰਾ ਰੋ ਕਿਉਂ ਰਿਹਾ ਮੈਂ ਰੋਵਾ ਕਿਉਂ अन्नी मूरी में हो गई बेचना भी नहीं तेरे में वगैरह बांह फड़ के नहाते ने ਮਾਂ ਜੀ ਤੁਹਾਡੀ ਬੇਟੀਆਂ ਨੂੰ ਨਹੀਂ ਪਤਾ ਸਾਡੀ ਮਾਂ ਕਿੱਥੇ ਗਈ ਹੈ ਬੇਟੀਆਂ ਵੀ ਨਹੀਂ ਪੁੱਛਦੀਆਂ ਉਹ ਵੀ ਪੁੱਛਦੀਆਂ ਵੀ ਨਹੀਂ ਪੁੱਛਦੀਆਂ ਜਵਾਈ ਗੰਦੇ ਨੇ 5 ਬੇਟੀਆਂ ਨੇ 5 ਬੇਟੀਆਂ ਚ ਕੋਈ ਇੱਕ ਵੀ ਨਹੀਂ ਮਤਲਬ ਕਿਸੇ ਨੇ ਕਿਹਾ ਕਿ ਤੁਸੀਂ ਕਿੰਨਾ ਕੁ ਖਾ ਲੈਂਦੇ ਹੋਗੇ ਇੱਕ ਰੋਟੀ 2 ਰੋਟੀ ਮੈਂ ਆਮ ਬਣਾ ਰੋਟੀ ਖਾ ਲੈਂਦੀ ਹਾਂ ਜਾਂ ਚਾਹ ਨਾਲ ਮੈਂ ਇਹਨਾਂ ਰੋਟੀ ਵੀ ਇੱਕ ਖਾਂਦੀ ਹਾਂ ਫਿਰ ਇੱਕ ਰੋਟੀ ਖਾਂਦੇ ਜੇ ਤੇ ਤੁਹਾਨੂੰ ਕੋਈ ਵੀ ਨਹੀਂ ਰੱਖਣ ਵਾਲਾ ਤੁਹਾਡੀ ਬੇਟੀਆਂ ਵਿੱਚ ਤੁਹਾਡਾ ਸ਼ੋਹਰ ਕੋਈ ਵੀ ਨਹੀਂ ਮੇਰਾ ਅੱਲਾ ਤੋਂ ਸਵਾ ਕੋਈ ਨਹੀਂ ਕਿੰਨੀ ਦੇਰ ਇਸ ਤਰ੍ਹਾਂ ਜ਼ਿੰਦਗੀ ਚੱਲੇਗੀ ਕਿੰਨੀ ਦੇਰ ਤੱਕ ਖਾਓਗੇ ਇਸ ਤਰ੍ਹਾਂ ਧੱਕੇ ਖਾਂਦੇ ਰਹੋਗੇ ਕੀ ਕਰਾਂ ਹੁਣ ਦਾਤਾ ਮੰਨ ਲਿਆ ਬਸ ਤੇ ਮੰਗਣਾ ਕੋਈ ਆਸਾਨ ਹੈ ਮੰਗਣਾ ਸਾਰਾ ਦਿਨ ਇੱਥੇ ਗਰਮੀ ਵਿੱਚ ਬਹਿ ਕੇ ਮੰਗਣਾ ਜਾਣਾ ਆਸਾਨ ਹੈ
ਨੁਕਸਾਨ ਤੇ ਨਹੀਂ ਹੈਗਾ, ਮਜਬੂਰੀ ਹੈ। 8 ਸਾਲ ਪਹਿਲੇ ਜ਼ਿੰਦਗੀ ਕਿਸ ਤਰ੍ਹਾਂ ਦੀ ਸੀ? ਉਹ ਮੈਂ ਤੇਰੇ ਤਰ੍ਹਾਂ ਦਾ ਸਹੀ ਸਾਂ, ਹੁਣ ਤਾਂ ਬੁੱਢੀ ਹੋ ਗਈ, ਸਿਰ ਚਿੱਟਾ ਹੋ ਗਿਆ। ਨਹੀਂ ਮਤਲਬ ਕਿ ਕਿਸ ਤਰ੍ਹਾਂ ਸੀ? ਘਰ ਹੀ ਰਹਿੰਦੇ ਸੀ ਤੁਸੀਂ? ਕੌਣ ਕਮਾ ਕੇ ਘਰ ਲਿਆਂਦਾ ਸੀ? ਮੇਰਾ ਪਿਓ, ਭੈਣ ਭਰਾ। ਯਾਨੀ ਕਿ ਜਦੋਂ ਸ਼ਾਦੀ ਨਹੀਂ ਹੋਈ ਸੀ ਤੁਸੀਂ ਉਦੋਂ ਦੀ ਗੱਲ ਕਰ ਰਹੇ ਜੀ? ਮੈਂ ਸ਼ਾਦੀ ਤੋਂ ਬਾਅਦ ਦੀ ਗੱਲ ਕਰ ਰਹੀ ਹਾਂ ਕਿ ਜਦੋਂ ਤੁਹਾਡੇ 5 ਬੇਟੀਆਂ ਹੋਈਆਂ ਸੀ, ਜ਼ਾਰੀ ਗੱਲ ਹੈ ਉਹਨਾਂ ਨੂੰ ਜਵਾਨ ਕੀਤਾ, ਪੜ੍ਹਾਇਆ ਲਿਖਾਇਆ, ਉਸ ਤੋਂ ਬਾਅਦ ਹੀ ਸ਼ਾਦੀ ਕੀਤੀ ਹੈ ਨਾ। ਤੇ ਉਸ ਟਾਈਮ ਕੌਣ ਕਮਾ ਕੇ ਲਿਆਂਦਾ ਸੀ? ਉਦੋਂ ਮੈਂ ਸ਼ਾਦੀ, ਧੀਆਂ ਦੀ ਸ਼ਾਦੀ ਕਰ ਦਿੱਤੀ ਨਾ, ਉਦੋਂ ਮੈਂ ਧੱਕਿਆਂ ਜੋਗੀ ਹੋ ਗਈਆਂ। ਤੇ ਸ਼ੋਹਰ ਨੂੰ ਨਸ਼ੇ ਤੇ ਲਾਇਆ ਕਿੰਨੇ? ਆਪੇ ਹੀ। ਆਪੇ ਲੱਗ ਗਿਆ? ਕਿਉਂ ਨਸ਼ਾ ਕਰਦਾ? ਕੀ ਪਤਾ। ਫਿਰ ਵੀ ਦੂਸਰੀ ਬੀਵੀ ਕਿੰਦੇ ਕੋਲੇ? ਉਹ ਵੀ ਕਹਿੰਦੀ ਹੈ ਕਿ ਮੰਗ ਕੇ ਲਿਆ। ਉਹ ਵੀ ਮੰਗਦੀ ਏ। ਉਹ ਵੀ ਮੰਗਣ ਲੱਗ ਗਈ ਹੈ? ਬਾਵਲਪੁਰ ਏ। ਅੱਛਾ, 2 ਬੀਵੀਆਂ ਨੇ ਤੇ ਦੋਨਾਂ ਕੋਲ ਹੀ ਮੰਗਵਾ ਰਹੇ ਹੈਂ? ਉਹ ਹੁਣ ਬਿਮਾਰ ਹੋ ਗਈ ਨਾ, ਤੇ ਘਰ ਏ। ਪਹਿਲਾਂ ਮੰਗ ਕੇ ਖਾਂਦੀ ਸੀ। ਤੁਸੀਂ ਕਿਸ ਤਰ੍ਹਾਂ ਹੁਣ ਜ਼ਿੰਦਗੀ ਗੁਜ਼ਾਰੋਗੇ ਇੱਥੇ? ਕਿਸ ਤਰ੍ਹਾਂ ਗੁਜ਼ਾਰੋਗੇ ਇੱਥੇ? ਤੁਹਾਡਾ ਕੋਈ ਆਪਣਾ ਤਾਂ ਹੈ ਨਹੀਂ। ਦਾਤਾ ਤੇ ਹੈਗਾ ਏ। ਹੈ ਤੇ ਲੇਕਿਨ ਅੱਗੇ ਜ਼ਿੰਦਗੀ ਬੜੀ, ਤੁਹਾਨੂੰ ਪਤਾ ਹੈ ਕਿ ਅਕੇਲੇ ਬੰਦੇ ਜਾ ਮਰ ਜਾਵਾਂ, ਇਹਦੇ ਨਾਲ ਤਾਂ ਮੈਂ ਕਰਨੀ, ਮੈਂ ਮਰ ਜਾਵਾਂ, ਉਹ ਚੰਗਾ ਏ। ਜਦੋਂ ਬਿਮਾਰ ਹੁੰਦੇ ਹੀ ਹੈ ਤੇ ਦਵਾਈ ਵਗੈਰਾ ਕੌਣ ਲਿਆ ਕੇ ਦਿੰਦਾ? ਅੱਲਾ। ਉਹ ਮੇਰੇ ਪੁੱਤਰ ਵਗੈਰਾ ਦਵਾਈ ਲੈ ਦਿੰਦਾ ਹੈ। ਬੁਖਾਰ ਹੋ ਜਾਏ ਕੌਣ ਪੁੱਛਦਾ? ਹਸਪੀਟਲ ਕਿਸ ਤਰ੍ਹਾਂ ਜਾਂਦੇ ਜੀ? ਕੋਈ ਲੈ ਜਾਂਦਾ ਹੈ। ਬੇਟੇ ਦੀ ਯਾਦ ਆਉਂਦੀ ਕਿ ਬੇਟਾ ਹੁੰਦਾ ਤੇ ਬੇਟਾ ਖਿਆਲ ਕਰਦਾ? ਬੜਾ ਪੁੱਤਰ ਨੂੰ ਤੇ ਰੋਨੀ ਆ, ਵੀ ਸਾਰੇ ਪੁੱਤਰ ਹੀ ਏ, ਮੇਰਾ ਜੰਮਿਆ ਕੋਈ ਨਹੀਂ ਪੁੱਤਰ। पुतरा पानी हैगा तो प्यार है। नाज़रीन, ये हालात हैं आजकल के। शोहर ने पहली शादी की, फिर दूसरी शादी की, पहली बीवी को भी मांगने पे भेज दिया, दूसरी बीवी को भी कहा कि मांग के लाओ और हमें घर पे बैठ के खिलाओ। सौतन ने भी कहा, जबकि सौतन अब खुद मांगने पे मजबूर हो गई है। जब आप किसी के साथ बुरा करते हो तो आपके साथ भी वैसा ही होता है। तो ये जो नशा करते हैं ना, ये नशा तो इतनी गंदी, मैं कहती हूँ, चीज़ है। इस पर मैंने इतने ज़्यादा प्रोग्राम किए ना, नशे ने घर के घर तबाह कर दिए हैं। लेकिन ये नशा जो है ना, पता नहीं बनाने वालों को शर्म नहीं आती कि लोगों के घर तबाह कर रहे हैं। क्यों ये नशा बनाते क्यों हैं? बन के आ रहा है, फिर बेचने वालों को शर्म नहीं आती कि हम बेच रहे हैं। देखिए, ये किसी की माँ है, किसी की जन्नत है, यहाँ पर किस तरह ज़िंदगी गुजारती होगी, गर्मी में किन हालातों में ये यहाँ पर रहती होगी। मैं कहती हूँ ऐसे लोगों को शर्म आनी चाहिए, जो अपने इज़्ज़तों को, अपनी माओं को घर से बाहर भेज देते हैं और उनका ख्याल नहीं करते। और शोहर पे मैं लानत भेजती हूँ, जो नशा करके खुद पड़ा होता है, उसको पता नहीं है कि मेरी बीवी कहाँ पर है। ये हालात है। मुझे इजाज़त है, मिलते अगले प्रोग्राम में, तब तक के लिए अल्लाह हाफ़िज़।